ਅੱਜਕੱਲ੍ਹ ਦੇ ਦੌਰ ਦੇ ਵਿੱਚ ਮਹਿਲਾਵਾਂ ਚੂਲੇ ਚੌਂਕੇ ਤੱਕ ਨਹੀਂ ਸੀਮਿਤ ਹਨ। ਆਪਣੇ ਘਰ ਨੂੰ ਸੰਭਾਲਣ ਦੇ ਨਾਲ-ਨਾਲ ਆਪਣੇ ਸਮਾਜ ਅਤੇ ਸ਼ਹਿਰ ਦੇ ਲਈ ਵੱਖਰੀ ਸੋਚ ਰੱਖਦੀਆਂ ਹਨ। ਉਸੇ ਤਰ੍ਹਾਂ ਅੱਜ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜਲੰਧਰ ਸ਼ਹਿਰ ਦੀ ਰਮਨਪ੍ਰੀਤ ਕੌਰ ਦੇ ਨਾਲ, ਜਿਸ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਫालतू ਸਮਾਨ ਜਿਸ ਨੂੰ ਅਸੀਂ ਸਿੱਟ ਦਿੰਦੇ ਹਾਂ, ਉਸ ਨੂੰ ਦੁਬਾਰਾ ਇਸਤੇਮਾਲ ਕਰ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਘਰ ਦੇ ਵਿੱਚ ਪਏ ਪੁਰਾਣੇ ਅਤੇ ਇਸਤੇਮਾਲ ਦੇ ਵਿੱਚ ਨਾ ਆਉਣ ਵਾਲੇ ਕੱਪੜੇ, ਪੁਰਾਣੇ ਕਾਗਜ਼, ਟਾਇਰ, ਰੰਗ ਕਰਨ ਵਾਲੇ ਬ੍ਰਸ਼, ਪੁਰਾਣੀਆਂ ਪਲਾਸਟਿਕ ਦੀਆਂ ਬੋਤਲਾਂ ਸਣੇ ਹੋਰ ਬਹੁਤ ਸਾਰਾ ਸਮਾਨ ਐਸਾ ਹੈ ਜਿਸ ਨੂੰ ਅੱਜ ਰਮਨਪ੍ਰੀਤ ਕੌਰ ਆਪਣੀ ਕਲਾ ਦੇ ਨਾਲ ਇੱਕ ਐਸਾ ਰੂਪ ਦਿੰਦੀ ਹੈ ਕਿ ਉਹ ਸਾਰਾ ਸਮਾਨ ਘਰ ਦੇ ਵਿੱਚ ਇਸਤੇਮਾਲ ਹੋਣ ਵਾਲਾ ਅਤੇ ਇੱਕ ਦੂਸਰਾ ਖੂਬਸੂਰਤ ਸਮਾਨ ਬਣ ਜਾਂਦਾ ਹੈ। ਇੱਦਾਂ ਹੈ, ਜਦੋਂ ਨਾ ਅਸੀਂ ਇਨਸਾਨ ਜਿਹੜੇ ਆ ਜਦੋਂ ਸੋਚਦੇ ਹਾਂ ਕਿ ਦੁਨੀਆ ਦੀ ਸਭ ਤੋਂ ਭੈੜੀ ਜਾਂ ਗੰਦੀ ਚੀਜ਼ ਕੀ ਹੈ, ਤੇ ਸਾਡੇ ਦਿਮਾਗ 'ਚ ਇੱਕਦਮ ਕੂੜੇ ਦੇ ਢੇਰ ਆਉਂਦੇ ਨੇ। ਤੇ ਔਰ ਜੇ ਤੁਸੀਂ ਸ਼ਹਿਰ ਦੇ ਕੂੜੇ ਢੇਰਾਂ ਨੂੰ ਛੱਡ ਵੀ ਦਿਓ ਤੇ ਘਰ ਦੇ ਡਸਟਬਿਨ ਨੂੰ ਵੀ ਅਸੀਂ ਹੱਥ ਨਹੀਂ ਲਗਾਉਣਾ ਚਾਹੁੰਦੇ। ਜੇ ਕੋਈ ਚੀਜ਼ ਬਾਈ ਚਾਂਸ ਗਵਾਚ ਜਾਏ ਤੇ ਕੋਈ ਘਰ ਦਾ ਬੰਦਾ ਕਹਿ ਜਾਂਦਾ, ਮਦਰ ਕਹਿੰਦੀ ਕਿ ਇੱਧਰ ਦੇਖ ਲਓ ਤੇ ਕੂੜੇ ਨਾਲ ਤਾਂ ਨਹੀਂ ਸੁੱਟਤੀ, ਤੇ ਅਸੀਂ ਕਦੇ ਨਹੀਂ ਸੀ ਹੱਥ ਲਗਾਉਂਦੇ। ਸੱਚਾਈ ਹੈ ਕਿ ਸਾਡਾ ਕੂੜਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਸਮਝਦੇ ਹਾਂ ਕਿ ਕੂੜਾ ਜਿਹੜਾ ਹੈ, ਜਿਹੜਾ ਕੂੜਾ ਚੱਕਣ ਆਉਂਦਾ ਜਾਂ ਨਗਰ ਨਿਗਮ ਹੈ ਜਾਂ ਪ੍ਰਸ਼ਾਸਨ ਹੈ, ਉਹਦੀ ਜ਼ਿੰਮੇਵਾਰੀ ਹੈ। ਤੇ ਮੈਂ ਸਵੱਛ ਭਾਰਤ ਮਿਸ਼ਨ ਦੇ ਨਾਲ ਕਾਫੀ ਸਾਲ ਕੰਮ ਕੀਤਾ ਨਗਰ ਨਿਗਮ ਜਲੰਧਰ ਦੇ ਵਿੱਚ, ਤੇ ਉਹ ਕੰਮ ਕਰਦੇ ਹੋਏ ਮੈਨੂੰ ਪਤਾ ਚੱਲਿਆ ਕਿ ਵੇਸਟ ਮੈਨੇਜਮੈਂਟ ਕੀ ਹੈ ਤੇ ਇੱਕ ਜ਼ਿੰਮੇਦਾਰ ਸ਼ਹਿਰੀ ਹੋਣ ਦਾ ਕੀ ਫਰਜ਼ ਹੈ। ਫਿਰ ਉਹ ਕੰਮ ਕਰਦੇ ਹੋਏ ਲੋਕਾਂ ਦੇ ਅਸੀਂ ਘਰਾਂ 'ਚ ਗਏ, ਲੋਕਾਂ ਨੂੰ ਮੋਟੀਵੇਟ ਕਰਨ ਦੇ ਲਈ, ਦੱਸਣ ਲਈ ਕਿ ਤੁਸੀਂ ਵੇਸਟ ਨੂੰ ਕਿੱਦਾਂ ਘਟਾ ਸਕਦੇ ਹੋ। 3 R ਨੇ, ਰਿਡਿਊਸ, ਰੀਯੂਜ਼ ਤੇ ਰੀਸਾਈਕਲ। ਸਭ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਚੀਜ਼ਾਂ ਨੂੰ ਰੀਯੂਜ਼ ਕਰੋ, ਰਿਡਿਊਸ ਕਰੋ, ਕਿ ਜਿੰਨਾ ਹੋ ਸਕੇ ਜਿਹੜੀਆਂ ਚੀਜ਼ਾਂ ਦੀ ਲੋੜ ਨਹੀਂ ਹੈ ਉਹ ਨਾ ਖਰੀਦੋ, ਜਾਂ ਫਿਰ ਉਹ ਚੀਜ਼ ਵਰਤੋ ਜਿਹੜੀ ਬਾਰ-ਬਾਰ ਵਰਤੀ ਜਾ ਸਕੇ। ਦੂਜਾ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਆ ਗਈਆਂ ਨੇ ਉਹਨਾਂ ਨੂੰ ਦੁਬਾਰਾ ਵਰਤੋ। ਤੇ ਉਹਦੇ ਵਿੱਚੋਂ ਹੈ ਚੀਜ਼ਾਂ ਬਹੁਤ ਸਾਰੀਆਂ ਨੇ, ਪਰ ਮੈਂ ਪੁਰਾਣੇ ਕੱਪੜਿਆਂ ਨੂੰ ਚੂਜ਼ ਕਰ ਲਿਆ ਆਪਣੇ ਲਈ। ਪੁਰਾਣੇ ਕੱਪੜੇ ਇਕੱਠੇ ਕਰਕੇ ਅਸੀਂ ਉਹਨਾਂ ਦੇ ਬੈਗ ਔਰ ਥੈਲੇ ਬਣਾਉਂਦੇ ਹਾਂ। ਇਹ 'ਚ ਕੁਛ ਲੇਡੀਜ਼ ਤੇ ਕੁਛ ਲੜਕੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ। ਮੈਂ ਜਿਹੜਾ ਇਹ ਪ੍ਰੋਜੈਕਟ ਹੈ ਉਹ ਗ੍ਰੀਨ ਸਪੈਰੋਜ਼ ਦੇ ਅੰਡਰ ਚਲਾ ਰਹੇ ਹਾਂ। ਗ੍ਰੀਨ ਸਪੈਰੋਜ਼ ਪ੍ਰੋਜੈਕਟ ਹੈ ਜਿਹੜਾ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ। ਤੇ ਇਹਦੇ ਵਿੱਚ ਅਸੀਂ ਕੱਪੜੇ ਇਕੱਠੇ ਕਰਦੇ ਹਾਂ ਜਿਹੜੇ ਆਪਣੇ ਕੁਛ ਮੇਰੇ ਫਰੈਂਡ ਸਰਕਲ ਤੋਂ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਘਰੋਂ ਲੈ ਕੇ ਆਈ, ਫਿਰ ਉਹਨਾਂ ਨੂੰ ਸੌਰਟ ਆਊਟ ਕਰਦੇ ਹਾਂ। ਫਿਰ ਉਹ 'ਚੋਂ ਕਿਹੜੇ ਕੱਪੜੇ 'ਚੋਂ ਕੀ ਬਣਨਾ ਹੈ ਉਹ ਲੜਕੀਆਂ ਬੈਠ ਕੇ ਡਿਸਾਈਡ ਕਰਦੀਆਂ ਨੇ, ਔਰਤਾਂ ਬੈਠ ਕੇ ਡਿਸਾਈਡ ਕਰਦੀਆਂ। ਅਤੇ ਕੁਛ ਔਰਤਾਂ ਨੇ ਜਿਹੜੀਆਂ ਘਰੋਂ ਵੀ ਬਣਾ ਕੇ ਦਿੰਦੀਆਂ ਨੇ, ਉਹਨਾਂ ਨੂੰ ਅਸੀਂ ਇੱਥੋਂ ਕਟਿੰਗ ਕਰਕੇ ਦੇ ਦਿੰਦੇ ਹਾਂ। ਤੇ ਇਹਦੇ ਵਿੱਚ ਥੈਲੇ ਵੀ ਹੈ, ਵੱਡੇ ਵਾਲੇ ਬੈਗ ਵੀ ਹੈ, ਰਾਸ਼ਨ ਖਰੀਦਣ ਵਾਲੇ ਵੱਡੇ ਬੈਗ ਵੀ ਨੇ, ਪਾਊਚ ਵੀ ਹੈ ਛੋਟੇ। ਇਸ ਤੋਂ ਇਲਾਵਾ ਛੋਟੀਆਂ ਜਿੱਦਾਂ ਪੋਟਲੀਆਂ ਹੁੰਦੀਆਂ ਨੇ ਉਹ ਵੀ ਹੈਗੀਆਂ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਨਸਾਨ ਨੂੰ ਆਪਣੀ ਜ਼ਿੰਮੇਵਾਰੀ ਸਮਝ ਆ ਜਾਂਦੀ ਹੈ ਕਿ ਅਸੀਂ ਵੇਸਟ ਪਹਿਲਾਂ ਤਾਂ ਜ਼ਿਆਦਾ ਕ੍ਰੀਏਟ ਨਹੀਂ ਕਰਨਾ ਹੈ, ਤਾਂ ਤੁਸੀਂ ਅਨਨੈਸੈਸਰੀ ਇਹ ਚੀਜ਼ਾਂ ਖਰੀਦਦੇ ਹੋ ਉਹਦੇ ਤੋਂ ਪਰਹੇਜ਼ ਕਰੋਗੇ। ਦੂਜਾ, ਜੇ ਕੋਈ ਚੀਜ਼ਾਂ ਤੁਹਾਡੇ ਸਾਹਮਣੇ ਆ ਗਈਆਂ ਨੇ ਤਾਂ ਤੁਸੀਂ ਉਹਨਾਂ ਨੂੰ ਰੀਯੂਜ਼ ਕਰੋਗੇ। ਤੇ ਰੀਸਾਈਕਲ ਦਾ ਇਹ ਹੈ ਕਿ ਤੁਸੀਂ ਅਗਰ ਐਜ਼ ਐਨ ਇੰਡੀਵਿਜੂਅਲ ਕਰ ਰਹੇ ਹੋ, ਰੀਸਾਈਕਲ ਅਗਰ ਨਹੀਂ ਕਰ ਸਕਦੇ ਤਾਂ ਰੀਯੂਜ਼ ਜ਼ਰੂਰ ਕਰੀਏ। ਤੇ ਮੇਰੇ ਕੋਲ ਕੱਪੜੇ ਕਾਫੀ ਹੁੰਦੇ ਨੇ ਜਿਹੜੇ ਅਸੀਂ ਇਕੱਠੇ ਕਰਦੇ ਹਾਂ, ਉਹਨਾਂ ਨੂੰ ਇਸਤੇਮਾਲ ਕਰਕੇ ਅਸੀਂ ਬੈਗ ਥੈਲੇ ਤਾਂ ਬਣਾਉਂਦੇ ਹਾਂ, ਐਪਰਨਸ ਬਣਾਉਂਦੇ ਹਾਂ, ਪੇਪਰ ਜਿਹੜੇ ਮੈਟਸ ਹੁੰਦੇ ਨੇ ਅਸੀਂ ਉਹ ਬਣਾਉਂਦੇ ਹਾਂ। ਸੋ ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਪੁਰਾਣੇ ਕੱਪੜੇ ਯੂਟੀਲਾਈਜ਼ ਹੋ ਗਏ। ਦੂਜਾ, ਜਿਹੜੀਆਂ ਔਰਤਾਂ ਨੇ ਕੱਪੜਿਆਂ ਦਾ ਕੁਛ ਬਣਾਇਆ ਉਹਨਾਂ ਦੇ 4 ਪੈਸੇ ਬਣ ਗਏ। ਜਿਹੜੀਆਂ ਸਕੂਲ ਗਰਲਸ ਜਾਂ ਕਾਲਜ ਗਰਲਸ ਕੁਛ ਜੁੜੀਆਂ ਨੇ ਉਹਨਾਂ ਦੀ ਹਲਕੀ ਫੁਲਕੀ ਪੋਕਟ ਮਨੀ ਨਿਕਲ ਆਈ। ਔਰ ਤੀਸਰਾ ਅਤੇ ਸਭ ਤੋਂ ਇੰਪੋਰਟੈਂਟ, ਸਿੰਗਲ ਯੂਜ਼ ਪਲਾਸਟਿਕ ਜਿਹੜਾ ਹੈ, ਜਾਂ ਜਿਹੜੀ ਇੱਕ ਵਾਰੀ ਵਰਤ ਕੇ ਚੀਜ਼ ਅਸੀਂ ਸੁੱਟ ਦਿੰਦੇ ਹਾਂ, ਉਹ ਤੋਂ ਛੁਟਕਾਰਾ ਮਿਲਦਾ ਪਲਾਸਟਿਕ ਦੇ ਲਿਫਾਫਿਆਂ ਤੋਂ। ਤੇ ਸਾਰੇ ਕਹਿੰਦੇ ਆ ਕਿ ਪਲਾਸਟਿਕ ਇਸਤੇਮਾਲ ਨਾ ਕਰੋ, ਕੱਪੜੇ ਦੇ ਜਾਂ ਜੂਟ ਦੇ ਥੈਲੇ ਇਸਤੇਮਾਲ ਕਰੋ। ਮੈਂ ਕਹਿੰਦੀ ਹਾਂ ਕੱਪੜੇ ਥੈਲੇ ਇਸਤੇਮਾਲ ਕਰੋ, ਪਰ ਪੁਰਾਣੇ ਕੱਪੜਿਆਂ ਦੇ ਥੈਲੇ ਇਸਤੇਮਾਲ ਕਰੋ। ਮੈਮ, ਇਹ ਚੀਜ਼ਾਂ ਬਣਦੇ ਜਾਂਦੀਆਂ ਨੇ ਨੋ ਡਾਊਟ, ਔਰ ਬਹੁਤ ਸਾਰੇ ਤੁਹਾਡੇ ਕੋਲ ਸੈਲਫ ਹੈਲਪ ਗਰੁੱਪ ਜਿਹੜੇ ਨੇ ਉਹ ਵੀ ਕੰਟੈਕਟ ਕਰਦੇ ਹੋਣਗੇ, ਜਾਂ ਤੁਸੀਂ ਵੀ ਉਹਨਾਂ ਦੇ ਕੰਟੈਕਟ ਹੋਗੇ। ਲੇਡੀਜ਼ ਬਹੁਤ ਇਹਨਾਂ ਚੀਜ਼ਾਂ ਵੱਲ ਜਾ ਰਹੀਆਂ ਨੇ, ਪਰ ਇਹਨਾਂ ਨੂੰ ਅੱਗੇ ਸੇਲ ਕਰਨ ਦਾ ਕੀ ਸੀਨ ਰਹਿੰਦਾ ਹੈ? ਕਿੱਦਾਂ ਸੇਲ ਕਰਦੇ ਹੋ ਤੁਸੀਂ, ਕਿੱਦਾਂ ਸੇਲ ਕਰਦੇ ਹੋ ਸਾਰਾ ਕੁਝ? ਇਹ ਜਿਹੜੀ ਚੀਜ਼ਾਂ ਔਰਤਾਂ ਬਣਾ ਦਿੰਦੀਆਂ ਨੇ ਜਾਂ ਲੜਕੀਆਂ ਬਣਾ ਦਿੰਦੀਆਂ ਨੇ, ਹਲੇ ਗਿਣਤੀ ਕਾਫੀ ਘੱਟ ਹੈ, ਮੇਰੇ ਕੋਲ ਜ਼ਿਆਦਾ ਨਹੀਂ ਹੈ। ਫਿਰ ਉਹਨਾਂ ਨੂੰ ਸੇਲ ਕਰਨ ਲਈ ਅਸੀਂ ਐਗਜ਼ੀਬਿਸ਼ਨਸ ਲਗਾਉਂਦੇ ਹਾਂ, ਪ੍ਰਦਰਸ਼ਨੀ ਲਗਾਉਂਦੇ ਹਾਂ। ਕਈ ਵਾਰ ਨਗਰ ਨਿਗਮ ਦੇ ਸਹਿਯੋਗ ਨਾਲ ਲਗਾ ਲਈਦੀ ਹੈ। ਕਈ ਕਾਲਜਿਸ ਨੇ ਜਿਨ੍ਹਾਂ ਦੇ ਨਾਲ ਸਾਡੇ ਕੁਛ ਟਾਈਅਪਸ ਨੇ, ਅਸੀਂ ਉਹਨਾਂ ਦੇ ਪ੍ਰੈਮਿਸਿਸ 'ਚ ਜਾ ਕੇ ਲਗਾਉਂਦੇ ਹਾਂ। ਪਰ ਜੋ ਚੀਜ਼ਾਂ ਉੱਥੇ ਸਮਾਨ ਸੇਲ ਹੁੰਦਾ ਉਹਦੀ ਗਿਣਤੀ ਵੋਲਿਊਮ ਬਹੁਤ ਘੱਟ ਹੈ, ਜਿਹਦੇ ਕਰਕੇ ਔਰਤਾਂ ਨੂੰ ਬਹੁਤ ਘੱਟ ਪੈਸੇ ਬਣਦੇ ਆ। ਫਿਰ ਜਦੋਂ ਕਈ ਵਾਰ ਉਹ ਆਉਂਦੀਆਂ ਤਾਂ ਬੜੇ ਉਤਸ਼ਾਹ ਨਾਲ ਨੇ, ਪਰ ਜਦੋਂ ਲੱਗਦਾ ਕਿ ਮਿਹਨਤ ਜ਼ਿਆਦਾ ਹੈ, ਪੈਸੇ ਘੱਟ ਨੇ, ਕਿਉਂਕਿ ਵੇਸਟ ਮੈਨੇਜਮੈਂਟ ਮੈਨੂੰ ਸਮਝ ਆ ਰਹੀ ਹੈ, ਵੇਸਟ ਮੈਨੇਜਮੈਂਟ ਤੁਹਾਨੂੰ ਸਮਝ ਆ ਰਹੀ ਹੈ ਕਿ ਅਸੀਂ ਥੋੜ੍ਹੀ ਜਿਹੀ ਮਿਹਨਤ ਕਰਕੇ ਅਸੀਂ ਪੁਰਾਣੇ ਕੱਪੜਿਆਂ ਨੂੰ ਕੂੜੇ ਢੇਰ 'ਚ ਜਾਣ ਤੋਂ ਬਚਾ ਲਿਆ। ਪਰ ਜਿਹੜੀਆਂ ਔਰਤਾਂ ਜ਼ਰੂਰਤਮੰਦ ਨੇ, ਜਿਨ੍ਹਾਂ ਨੇ ਕਮਾਈ ਕਰਨੀ ਹੈ,
ਉਹਨਾਂ ਨੇ ਗਿਣਤੀ ਜ਼ਰੂਰ ਕਰਨੀ ਹੈ ਕਿ ਸਾਡੇ ਤੇ ਕੁਝ ਬਣੇ ਨਹੀਂ ਪੈਸੇ, ਕਿਉਂਕਿ ਹਲੇ ਸਾਡੇ ਲੋਕਾਂ ਦੇ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਰੀਯੂਜ਼ ਕਰਨ ਦੇ ਲਈ ਜਾਗਰਤੀ ਨਹੀਂ ਹੈ। ਉਹਨਾਂ ਨੂੰ ਲੱਗਦਾ ਹੈ ਕਿ ਪੁਰਾਣੇ ਬੈਗ ਖਰੀਦਾਂਗੇ, ਅਸੀਂ ਨਵੇਂ ਬੈਗ ਖਰੀਦਦੇ ਨੇ, ਜਾਂ ਫਿਰ ਕਈ ਵਾਰ ਉਹਨਾਂ ਨੂੰ ਲੱਗਦਾ ਕਿ ਸਾਨੂੰ ਜੇ ਪੁਰਾਣੇ ਕੱਪੜੇ ਦੇ ਤੇ ਬਿਲਕੁਲ ਹੀ ਤੁਹਾਨੂੰ ਮੁਫਤ ਦੇ ਭਾਅ ਮਿਲ ਜਾਣ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨਾਂ ਨੂੰ ਇਕੱਠੇ ਕੀਤਾ ਗਿਆ, ਫਿਰ ਇਹਨਾਂ ਨੂੰ ਸੌਟ ਆਊਟ ਕੀਤਾ, ਉਹਨਾਂ ਔਰਤਾਂ ਨੇ ਵੀ ਕੰਮ ਕੀਤਾ, ਫਿਰ ਉਹਨਾਂ ਨੂੰ ਬਣਾਇਆ ਗਿਆ, ਫਿਰ ਜਿਹੜੀ ਐਗਜ਼ੀਬਿਸ਼ਨ ਲੱਗਦੀਆਂ ਉੱਥੇ ਵੀ ਔਰਤਾਂ ਨੇ ਜਾਣਾ ਹੈ। ਤਾਂ ਉਹ ਸਭ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਕਮਾਈ ਹੋਣੀ ਚਾਹੀਦੀ ਹੈ। ਉਹ ਲੋਕਾਂ ਵਿੱਚ ਜਾਗਰਤੀ ਹਲੇ ਬਹੁਤ ਘੱਟ ਹੈ। ਇੱਕ ਮੈਸੇਜ ਜਿਹੜਾ ਆ ਤੁਸੀਂ ਐਜ਼ ਅ ਲੇਡੀ ਬਾਕੀ ਲੇਡੀਜ਼ ਨੂੰ ਕੀ ਦੇਣਾ ਚਾਹੁੰਦੇ ਹੋ, ਕਿਉਂਕਿ ਇਹ ਆਲਮੋਸਟ ਜਿੰਨਾ ਵੀ ਡਿਪਾਰਟਮੈਂਟ ਹੁੰਦਾ ਹੈ ਜ਼ਿਆਦਾਤਰ ਲੇਡੀਜ਼ ਦਾ ਹੁੰਦਾ ਜੀ, ਚਾਹੇ ਉਹ ਘਰ ਦੇ ਵਿੱਚੋਂ ਕੋਈ ਚੀਜ਼ ਪੁਰਾਣੀ ਕੱਢਣੀ ਹੈ ਉਹਦੇ ਵਿੱਚ ਲੇਡੀਜ਼ ਸਭ ਤੋਂ ਜ਼ਿਆਦਾ ਹਿੱਸਾ ਲੈਂਦੀਆਂ ਨੇ ਕਿ ਅਖਬਾਰਾਂ ਵੇਚ ਦਿਓ, ਫਲਾਣਾ ਵੇਚ ਦਿਓ, ਆਹ ਚੀਜ਼ ਵੇਚ ਦਿਓ। ਉਸ ਤੋਂ ਬਾਅਦ ਜਦੋਂ ਘਰ ਕੰਮ ਕਰਨਾ ਹੁੰਦਾ ਉਹ ਵੀ ਲੇਡੀਜ਼ ਨੇ ਕਰਨਾ ਹੁੰਦਾ ਜੀ। ਤੇ ਲੇਡੀਜ਼ ਨੂੰ ਹੀ ਮੋਟੀਵੇਸ਼ਨ ਜੇ ਦੇ ਦਿੱਤੀ ਜਾਵੇ ਤੇ ਮੇਰੇ ਖਿਆਲ ਬਹੁਤ ਵੱਡੀ ਸੁਸਾਇਟੀ ਦਾ ਇੱਕ ਪਾਰਟ ਜਿਹੜਾ ਉਹ ਹੱਲ ਹੋ ਸਕਦਾ ਹੈ, ਇਹ ਵਾਲਾ ਇਸ਼ੂ ਜਿਹੜਾ ਹੱਲ ਹੋ ਸਕਦਾ। ਤੁਸੀਂ ਕੀ ਕਹਿਣਾ ਚਾਹੋਗੇ ਲੇਡੀਜ਼ ਨੂੰ? ਦੇਖੋ ਜੀ, ਔਰਤਾਂ ਭਾਵੇਂ ਬਹੁਤ ਪੜ੍ਹੀਆਂ ਲਿਖੀਆਂ ਨੇ ਤੇ ਭਾਵੇਂ ਬਿਲਕੁਲ ਨਹੀਂ ਪੜ੍ਹੀਆਂ ਲਿਖੀਆਂ, ਘਰ ਹੀ ਚਲਾਉਂਦੀਆਂ ਨੇ, ਉਹ ਬਹੁਤ ਇੰਪੋਰਟੈਂਟ ਨੇ, ਬਹੁਤ ਜ਼ਿਆਦਾ ਮਹੱਤਵਪੂਰਨ ਹੈ ਉਹਨਾਂ ਦਾ ਕੰਮ। ਅਸੀਂ ਬੜੀ ਵਾਰ ਕਹਿ ਦਿੰਦੇ ਹਾਂ ਕਿ ਜਿਹੜੀਆਂ ਔਰਤਾਂ ਨੌਕਰੀ ਨਹੀਂ ਕਰਦੀਆਂ ਜਾਂ ਕਿਸੇ ਪ੍ਰੋਫੈਸ਼ਨ 'ਚ ਨਹੀਂ ਹੈ ਤਾਂ ਅਕਸਰ ਕਹਿੰਦੇ ਕਿ ਤਾਂ ਵਿਹਲੀਆਂ ਜੀ ਘਰ। ਉਹਨਾਂ ਨੂੰ ਵੀ ਪੁੱਛੋ ਤੁਸੀਂ ਕੀ ਕਰਦੇ ਹੋ, ਨਹੀਂ ਜੀ ਵਿਹਲੀਆਂ ਘਰ, ਜਦ ਕਿ ਉਹ ਇੰਨਾ ਕੰਮ ਕਰਦੀਆਂ ਨੇ। ਪਰ ਫਿਰ ਵੀ ਬਹੁਤ ਸਾਰੀਆਂ ਔਰਤਾਂ ਕਈ ਵਾਰ ਆਰਥਿਕ ਤੰਗੀ ਨਾਲ ਜੂਝਦੀਆਂ ਨੇ, ਜਾਂ ਉਹਨਾਂ ਦਾ ਦਿਲ ਕਰਦਾ ਕਿ ਜੋ ਉਹਨਾਂ ਦਾ ਘਰ ਦਾ ਸੈਟਅਪ ਹੈਗਾ ਆ ਉਹ ਤੋਂ ਜ਼ਿਆਦਾ ਉਹਨਾਂ ਦੀ ਖੁਆਇਸ਼ਾਂ ਹੁੰਦੀਆਂ। ਤੇ ਉਹਦੇ ਲਈ ਮੈਂ ਸਿਰਫ ਇਹੀ ਕਹਿਣਾ ਚਾਹਾਂਗੀ ਕਿ ਉਹ ਮਿਹਨਤ ਕਰਨ, ਜਿੱਥੇ ਵੀ ਕਿਤੇ ਇੱਦਾਂ ਦੇ ਪ੍ਰੋਜੈਕਟ ਨੇ ਉਹਨਾਂ ਨਾਲ ਜ਼ਰੂਰ ਜੁੜਨ। ਤੇ ਜੇ ਉਹ ਕਿਸੇ ਵਿੱਚ ਇੰਨੀ ਤਾਕਤ ਹੈ, ਖੁਦ ਸੋਚ ਸਕਦੀ ਹੈ, ਖੁਦ ਇਨੀਸ਼ੀਏਟ ਕਰ ਸਕਦੀ ਹੈ, ਤੇ ਇੱਦਾਂ ਦਾ ਕੰਮ ਖੁਦ ਵੀ ਸ਼ੁਰੂ ਕਰ ਸਕਦੀ ਹੈ ਕਿ ਗਲੀ ਮਹੱਲੇ ਦੀਆਂ 8-10 ਲੇਡੀਜ਼ ਇਕੱਠੀਆਂ ਕਰਕੇ ਚਾਹੇ ਪੁਰਾਣੇ ਕੱਪੜਿਆਂ ਦੇ ਬੈਗ ਥੈਲੇ ਬਣਾ ਲੈਣ। ਆਰਡਰ ਮਿਲ ਸਕਦੇ ਨੇ, ਪਰ ਹਾਂ ਕੋਸ਼ਿਸ਼ ਕਰਨੀ ਪਏਗੀ। ਤੁਹਾਨੂੰ ਬੈਠ ਕੇ ਥਾਲੀ ਵਿੱਚ ਪਰੋਸ ਕੇ ਕੁਝ ਨਹੀਂ ਮਿਲੇਗਾ ਜਿਹੋ ਜਿਹੇ ਅੱਜ ਕੱਲ੍ਹ ਹਾਲਾਤ ਨੇ। ਤੇ ਇੱਕ ਕਹਾਵਤ ਵੀ ਹੈ ਅੰਗਰੇਜ਼ੀ ਦੀ ਕਿ ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ। ਤੇ ਅਗਰ ਆਪਣੇ ਹਾਲਾਤ ਨੂੰ ਬਦਲਣਾ ਹੈ ਜਾਂ ਆਪਣੇ ਹਾਲਾਤ ਤੋਂ ਥੋੜ੍ਹਾ ਤੁਸੀਂ ਉੱਚੀ ਸੋਚ ਰੱਖਦੇ ਹੋ, ਵੱਡੇ ਸੁਪਨੇ ਦੇਖਦੇ ਹੋ, ਤੇ ਉਹਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪਏਗੀ।